जी अस्सलाम वालेकुम के हाल है तुसां दा। ਅਸੀਂ ਜਦੀਦ ਸ਼ਾਇਰੀ ਦਾ ਪਾਰਟ ਸਟਾਰਟ ਕੀਤਾ ਹੈ ਜਿਹਦੇ ਚ ਅਸੀਂ ਇੱਕ ਸ਼ਾਇਰ ਨੂੰ ਡਿਸਕਸ ਕਰ ਚੁੱਕੇ ਹਾਂ। ਅੱਜ ਅਸੀਂ ਮੁਨੀਰ ਨਿਆਜ਼ੀ ਨੂੰ ਡਿਸਕਸ ਕਰਨਾ ਹੈ। ਮੁਨੀਰ ਨਿਆਜ਼ੀ ਤੁਹਾਡਾ ਪੀਐਮਐਸ ਦੇ ਅੰਦਰ ਵੀ ਹੈ ਤੇ ਸੀਐਸਐਸ ਦੇ ਅੰਦਰ ਹੀ ਹੈ, ਠੀਕ ਹੈ। ਇੱਥੇ ਅਸੀਂ ਸੀਐਸਐਸ ਵਾਲਾ ਜਿਹੜਾ ਹੈ ਉਸ ਤੇ ਗੱਲ ਕਰਾਂਗੇ। ਸੀਐਸਐਸ ਦੇ ਵਿੱਚ ਤੁਹਾਡਾ ਕੁਲ ਕਲਾਮ ਹੈ ਤੇ ਪੀਐਮਐਸ ਦੇ ਵਿੱਚ ਤੁਹਾਡਾ ਚਾਰ ਚੁੱਕ ਚੀਜ਼ਾਂ ਹੈ, ਠੀਕ ਹੈ। ਅੱਜ ਇਹ ਲੈਕਚਰ ਅਸੀਂ ਸਿਰਫ ਕਿਉਂਕਿ ਸਾਡੀ ਸੀਐਸਐਸ ਦੀ ਸੀਰੀਜ਼ ਚੱਲ ਰਹੀ ਹੈ ਤੇ ਅਸੀਂ ਮੁਨੀਰ ਨਿਆਜ਼ੀ ਨੂੰ ਸੀਐਸਐਸ ਦੇ ਹਵਾਲੇ ਨਾਲ ਡਿਸਕਸ ਕਰਾਂਗੇ। ਇਨਸ਼ਾਅੱਲਾ ਜਦੋਂ ਪੀਐਮਐਸ ਦੀ ਵਾਰੀ ਆਏਗੀ ਤੇ ਉਹਦੇ ਚ ਅਸੀਂ ਚਾਰ ਚੁੱਕ ਚੀਜ਼ਾਂ ਨੂੰ ਵੀ ਡਿਟੇਲ ਨਾਲ ਡਿਸਕਸ ਕਰ ਲਾਂਗੇ, ਠੀਕ ਹੈ। ਅੱਜ ਦੀ ਕਲਾਸ ਤੋਂ ਪਹਿਲੇ ਇੱਕ ਸ਼ੇਅਰ ਹੈ ਤੁਹਾਡੇ ਸਾਰਿਆਂ ਲਈ, ਔਰ ਇਹ ਸ਼ੇਅਰ ਤੁਸੀਂ ਸਮਝਣਾ ਹੈ, ਤੁਸੀਂ ਦੱਸਣਾ ਹੈ ਕਿ ਤੁਹਾਨੂੰ ਸਮਝ ਆਈ ਹੈ ਕਿ ਨਹੀਂ, ਇਸ ਸ਼ੇਅਰ ਦਾ ਮਤਲਬ ਕੀ ਹੈ, ਠੀਕ ਹੈ। ਇਹਦੇ ਸ਼ਾਇਰ ਕਹਿੰਦਾ ਹੈ ਕਿ ਲੱਖ ਮੰਨਤਾਂ ਮੰਨੀਆਂ ਪਰ ਲਾ ਹਾਸਿਲ, ਇੱਕ ਮੰਨਤ ਕੀਤੀ ਮਨ ਯਾਰ ਗਿਆ। ਲੱਖ ਮੰਨਤਾਂ ਮੰਨੀਆਂ ਪਰ ਲਾ ਹਾਸਿਲ, ਇੱਕ मन्नत की थी मन यार गया। एक मसला जेर जबरदस्ती जो समझ गया लंघ पार गया। ठीक है, आप लोगों ने बताना है कि इसमें क्या बात की जा रही है और क्या कहने की कोशिश कर रहा है शायद, ठीक है। आज वाला जो है हमारा, इसमें हमने मुनीर न्याजी जो है इसको डिस्कस करना है। मुनीर न्याजी का सीएसएस के नसाब में कुल कलाम शामिल है। सबसे पहले हम इसकी मुंडली गलबात पे बात करेंगे कि मुंडली गलबात के अंदर जो मुनीर न्याजी है वो क्या कहते हैं। आज मैं टोटली लेक्चर्स आपको पंजाबी में समझाऊंगी, ठीक है। क्योंकि कुछ स्टूडेंट जो है ना उनके मैसेज आ रहे हैं कि आप कंप्लीट ही पंजाबी में बात किया करें। अच्छा जी देखो, सब तो पहले ਅਸੀਂ ਮੁੱਢਲੀ ਗੱਲਬਾਤ ਤੇ ਗੱਲ ਕਰਨੀ ਹੈ। ਮੁੱਢਲੀ ਗੱਲਬਾਤ ਤੁਸੀਂ ਸਿੰਪਲ ਲਿਖੋਗੇ ਕਿ ਮੁਨੀਰ ਨਿਆਜ਼ੀ ਆਪਣੇ ਮੌਜੂ ਤੇ ਅਸਲੂਬ ਦੇ ਹਵਾਲੇ ਨਾਲ ਆਪਣੇ ਹਮ ਅਸਰ ਸ਼ਾਇਰਾਂ ਤੋਂ ਵੱਖਰੀ ਥਾਂ ਰੱਖਦੇ ਨੇ। ਉਹ 1928 ਨੂੰ ਹੁਸ਼ਿਆਰਪੁਰ ਵਿੱਚ ਫਤਿਹ ਮੁਹੰਮਦ ਖਾਨ ਦੇ ਘਰ ਜੰਮੇ, ਠੀਕ ਹੈ। ਵੰਡ ਤੋਂ ਬਾਅਦ ਉਹਨਾਂ ਦਾ ਖਾਨਦਾਨ ਸਾਈਵਾਲ ਅਪੜਿਆ, ਠੀਕ ਹੈ। ਉਹਨਾਂ ਨੇ ਆਪਣੀ ਪੂਰੀ ਹਯਾਤੀ ਅਦਬੀ ਕੰਮਕਾਰ ਕੀਤਾ ਤੇ 2007 ਵਿੱਚ ਉਹਨਾਂ ਨੇ ਵਫਾਤ ਪਾਈ, ਠੀਕ ਹੈ। ਇਹ ਤੁਹਾਡੀ ਮੁੱਢਲੀ ਗੱਲਬਾਤ ਹੈ। ਉਸ ਤੋਂ ਬਾਅਦ ਤੁਸੀਂ ਲਿਖਣਾ ਹੈ ਕੁੱਲ ਕਲਾਮ ਦਾ ਫਿਕਰੀ ਵੈਰਵਾ। ਕੁੱਲ ਕਲਾਮ ਦਾ ਤੁਸੀਂ ਲਿਖਣਾ ਹੈ ਫਿਕਰੀ ਵੈਰਵਾ। ਫਿਕਰੀ ਵੈਰਵਾ ਮੀਨ ਕਿ ਤੁਸੀਂ ਮੁਨੀਰ ਨਿਆਜ਼ੀ ਦੀ ਫਿਕਰ ਬਾਰੇ ਗੱਲ ਕਰਨੀ ਹੈ ਕਿ ਮੁਨੀਰ ਨਿਆਜ਼ੀ ਦੀ ਕਿਹੜੀ ਸੋਚ ਸੀ, ਮੁਨੀਰ ਨਿਆਜ਼ੀ ਕੀ ਕਹਿਣਾ ਚਾਹੁੰਦੇ ਸੀ, ਠੀਕ ਹੈ। ਹੁਣ ਇਹਦੇ ਜਰਾ ਹੋਰ ਨਾਲ ਚੀਜ਼ਾਂ ਨੂੰ ਸਮਝਿਆ ਕਿਉਂਕਿ ਇਹਦੇ ਮੈਂ ਡਿਟੇਲ ਨਾਲ ਨੋਟਸ ਇਹ ਨਹੀਂ ਬਣਾਏ, ਜਸਟ ਇਹਦੇ ਚ ਅਸ਼ਾਰ ਐਡ ਕੀਤੇ ਨੇ। ਸਭ ਤੋਂ ਪਹਿਲੇ ਆ ਜਾਂਦਾ ਹੈ ਇਮਾਇਤ ਦਾ ਸ਼ਾਇਰ, ਠੀਕ ਹੈ। ਮੁਨੀਰ ਨਿਆਜ਼ੀ ਨੂੰ ਇਮਾਇਤ ਦਾ ਸ਼ਾਇਰ ਵੀ ਆਖਿਆ ਜਾਂਦਾ ਹੈ। ਮੁਨੀਰ ਨਿਆਜ਼ੀ ਨੂੰ ਇਮਾਇਤ ਦਾ ਸ਼ਾਇਰ ਕਿਉਂ ਆਖਿਆ ਜਾਂਦਾ ਹੈ, ਉਹਦਾ ਰੀਜ਼ਨ ਕੀ ਹੈ। ਸਭ ਤੋਂ ਪਹਿਲੇ ਵੇਖੋ ਇਮਾਇਤ ਕੀ ਹੁੰਦਾ ਹੈ, ਠੀਕ ਹੈ। ਇਮਾਇਤ ਪੁਰਾਣੀ ਸ਼ਾਇਰੀ ਦੀ ਇੱਕ ਕਿਸਮ ਹੁੰਦੀ ਹੈ ਜਿਹਦੇ ਵਿੱਚ ਗਹਿਰੇ ਮੈਨੀਆਂ ਵਾਲੇ ਅਲਫਾਜ਼ ਵਰਤੇ ਜਾਂਦੇ ਨੇ, ਠੀਕ ਹੈ। ਮੀਨ ਕਿ ਇਹਦੇ ਬੜੀ ਡੂੰਘੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਇਹ ਪੁਰਾਣੀ ਸ਼ਾਇਰੀ ਦੀ ਇੱਕ ਕਿਸਮ ਹੁੰਦੀ ਹੈ, ਪੁਰਾਣੀ ਸ਼ਾਇਰੀ ਦੀ ਇੱਕ ਟਾਈਪ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਕੁਝ ਇਸ਼ਾਰੇ ਦਿੱਤੇ ਜਾਂਦੇ ਨੇ, ਉਹਨਾਂ ਇਸ਼ਾਰਿਆਂ ਰਾਹੀਂ ਪੜਨ ਵਾਲਾ ਉਸ ਸ਼ਾਇਰੀ ਦਾ ਡੂੰਘਾ ਮੁਸ਼ਾਹਿਦਾ ਕਰਦਾ ਹੈ, ਠੀਕ ਹੈ। ਇਹ ਤਾਂ ਹੋ ਗਈ ਇਮਾਇਤ। ਇਮਾਇਤ ਨੂੰ ਹੋਰ ਨਾਲ ਸੁਣ ਲਓ ਦੁਬਾਰਾ ਕਿ ਇਮਾਇਤ ਕੀ ਹੁੰਦਾ ਹੈ। ਇਮਾਇਤ ਜਿਹੜੀ ਹੈ ਉਹ ਪੁਰਾਣੀ ਸ਼ਾਇਰੀ ਦੀ ਇੱਕ ਕਿਸਮ ਹੈ ਜਿਹਦੇ ਵਿੱਚ ਗਹਿਰੇ ਮੈਨੀ ਵਾਲੇ ਲਫ਼ਜ਼ ਹੁੰਦੇ ਨੇ, ਠੀਕ ਹੈ। ਮਤਲਬ ਜਿਹੜੇ ਵਰਡ ਮੀਨਿੰਗ ਹੁੰਦੇ ਨੇ ਉਹ ਬੜੇ ਗਹਿਰੇ ਮੀਨਿੰਗ ਵਾਲੇ ਯੂਜ਼ ਕੀਤੇ ਗਏ ਹੁੰਦੇ ਨੇ ਅਲਫਾਜ਼, ਠੀਕ ਹੈ। ਤੇ ਨਾਲ ਹੀ ਉਹ ਕੀ ਕਰਦੇ ਨੇ, ਕੁਝ ਇਸ਼ਾਰੇ ਦੇ ਦਿੰਦੇ ਨੇ ਤਾਂ ਕਿ ਜਿਹੜਾ ਇਹਨਾਂ ਸ਼ੇਰਾਂ ਨੂੰ ਪੜ੍ਹ ਰਿਹਾ ਹੈ, ਜਿਹੜਾ ਇਸ ਸ਼ਾਇਰੀ ਨੂੰ ਪੜ੍ਹ ਰਿਹਾ ਹੈ, ਉਹ ਇਸ ਸ਼ਾਇਰੀ ਦਾ ਡੂੰਘਾ ਮੁਸ਼ਾਹਿਦਾ ਕਰੇ, ਉਹਨੂੰ ਪਤਾ ਲੱਗੇ ਕਿ ਸ਼ਾਇਰ ਉਹਨੂੰ ਕਿਹੜੀ ਗੱਲ ਕਰਨਾ ਚਾਹ ਰਿਹਾ ਹੈ, ਠੀਕ ਹੈ। ਕਿਹੜੇ ਮੌਜੂ ਦੇ ਉੱਤੇ ਲੈ ਕੇ ਜਾਣਾ ਚਾਹੁੰਦਾ ਹੈ ਸ਼ਾਇਰ, ਠੀਕ ਹੈ। ਅੱਛਾ, ਮੁਨੀਰ ਨਿਆਜ਼ੀ ਨੂੰ ਕਿਉਂ ਕਿਹਾ ਜਾਂਦਾ ਹੈ। ਹੁਣ ਮੁਨੀਰ ਨਿਆਜ਼ੀ ਨੇ ਕੀ ਕੀਤਾ ਹੈ ਕਿ ਇਹਨਾਂ ਨੇ ਆਪਣੇ ਕਲਾਮ ਦੇ ਵਿੱਚ ਡਰ ਤੇ ਖੌਫ ਦੀਆਂ ਅਲਾਮਤਾਂ ਵਰਤੀਆਂ ਨੇ, ਠੀਕ ਹੈ। ਇਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਡੈਣਾ, ਚੁੜੇਲਾਂ, ਬਦਰੂਹਾਂ, ਸ਼ੇਰ, ਚੀਤੇ ਇਹੋ ਜਿਹੇ ਅਲਫਾਜ਼ ਯੂਜ਼ ਕੀਤੇ ਨੇ। ਇਹੋ ਜਿਹੇ ਅਲਫਾਜ਼ ਇਹਨਾਂ ਨੇ ਯੂਜ਼ ਕੀਤੇ ਨੇ ਮਾਸ਼ਰੇ ਦੇ ਦਰਿੰਦਾ ਸਿਫਤ ਲੋਕਾਂ ਵਾਸਤੇ, ਠੀਕ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੇ ਅਗਰ ਆਪਣੀ ਸ਼ਾਇਰੀ ਵਿੱਚ ਕੋਈ ਡੈਣ, ਚੁੜੇਲ ਜਾਂ ਸ਼ੇਰਾਂ ਦਾ ਜ਼ਿਕਰ ਕੀਤਾ ਤੇ ਉਹ ਕਿਸੇ ਬੰਦੇ ਨੂੰ ਹੀ ਮੁਖਾਤਿਬ ਹੋ ਕੇ ਕਹਿ ਰਹੇ ਨੇ ਜਾਂ ਵਾਕਈ ਉਹ ਸ਼ੇਰ ਜੰਗਲ ਦੇ ਸ਼ੇਰ ਦੀ ਗੱਲ ਕਰ ਰਹੇ ਨੇ, ਨਹੀਂ। ਉਹਨਾਂ ਨੇ ਕੀ ਕੀਤਾ ਹੈ, ਉਹਨਾਂ ਨੇ ਮਾਸ਼ਰੇ ਦੇ ਜਿਹੜੇ ਬੁਰੇ ਲੋਕ ਨੇ, ਸੁਸਾਇਟੀ ਦੇ ਵਿੱਚ ਜਿਹੜੇ ਬੁਰੇ ਕੰਮ ਕਰਨ ਵਾਲੇ ਲੋਕ ਨੇ, ਠੀਕ ਹੈ, ਉਹਨਾਂ ਦੀ ਅਕਾਸੀ ਕੀਤੀ ਹੈ, ਉਹਨਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ, ਠੀਕ ਹੈ। ਤੇ ਇਹਦੇ ਮਤਲਬ ਤੁਸੀਂ ਸਿੰਪਲ ਲਿਖਣਾ ਹੈ ਕਿ ਮੁਨੀਰ ਨਿਆਜ਼ੀ ਨੇ ਆਪਣੇ ਕਲਾਮ ਦੇ ਵਿੱਚ ਡਰ ਤੇ ਖੌਫ ਦੀਆਂ ਅਲਾਮਤਾਂ ਵਰਤੀਆਂ ਨੇ। ਉਹਨਾਂ ਨੇ ਡੈਣਾ, ਚੁੜੇਲਾਂ, ਸ਼ੇਰ, ਬਦਰੂਹਾਂ, ਚੀਤੇ ਜਿਹੇ ਅਲਫਾਜ਼ माशरे ते दरिंदा सिफ्त लोगों लिए वरते ने, ठीक है। वंड के हालात, अच्छा आप देखें वंड की बात उस वक्त भी हुई थी तो अभी दोबारा ये हो रही है। पहले हम पिछले के अंदर भी पढ़ के आए हैं डिवीजन टाइम, वो उसमें कहती थी सुन वे बाबुल मेरिया, आपने वो पिछले बाबे में पढ़ा है, ठीक है, ठीक है। अब ये वाला बाबा क्या कह रहा है, ये कह रहा है कि जब डिवीजन का टाइम हुआ, जब तकसीम हो रही थी, जब पार्टीशन हो रही थी, तो उस टाइम के हालात को इसने किस तरह बयान किया है। एक पक्की रात, इनकी एक नज़म है पक्की रात, उसके अंदर इन्होंने उसको बयान किया है। ये कहते हैं घर दियां कंधां उत्ते दिसन छिट्टां लाल फुआर दियां, घर दियां कंधां उत्ते दिसन छिट्टां लाल फुआर दियां,
ਅੱਧੀ ਰਾਤੀ ਬੂਹੇ ਖੜਕਣ ਡੈਨਾ ਚੀਕਾਂ ਮਾਰਦੀਆਂ। ਠੀਕ ਹੈ, ਇਹ ਉਸ ਟਾਈਮ ਦੇ ਹਾਲਾਤ ਬਿਆਨ ਕਰ ਰਹੇ ਨੇ ਜਦੋਂ ਪਾਰਟੀਸ਼ਨ ਦੌਰ ਸੀ। ਠੀਕ ਹੈ, ਇਹ ਕਹਿ ਰਹੇ ਨੇ ਕਿ ਘਰ ਦੇ ਹਰ ਪਾਸੇ ਹਰ ਦੀਵਾਰ ਦੇ ਉੱਤੇ खून ਦੇ छिट्टे नजर आ रहे सी। ठीक है, कि हर पासे खून नजर आ रहे सी। आधी रात को दरवाजे पे इस तरह से दस्तक होती थी, ऐसा लगता था कि बाहर कोई चुड़ैलें आई हुई हैं जो जोर जोर से चीखें मार रही हैं। ठीक है, तो ये पार्टीशन के डिवीजन टाइम की बात करें, उस टाइम की जो सिचुएशन थी, उस वक्त जो हालात थे, उनको इन्होंने लोगों के सामने रखने की क्या किया, कोशिश की है। ठीक है, उस तो बाद इन्होंने CSS ਦੇ ਸਟੂਡੈਂਟਾਂ ਵਾਸਤੇ ਵੀ ਇੱਕ ਚੀਜ਼ ਲਿਖੀ ਹੈ, ਮਕਸਦੀਅਤ ਪਸੰਦੀ। ठीक है, इन्होंने मकसदियत पसंदी ते भी गल की है। मुनीर नियाजी ने हमेशा एक बामहनी जिंदगी गुजारन का दर्ज दिता है। ठीक है, ਇਹਦੇ ਲਈ ਉਹਨਾਂ ਨੇ ਇੱਕ ਨਜ਼ਮ ਵੀ ਲਿਖੀ ਹੈ। ਨਜ਼ਮ ਦੇ ਵਿੱਚੋਂ ਕਹਿੰਦੇ ਨੇ ਕਿ ਅੱਜ ਦਾ ਦਿਨ, ਨਜ਼ਮ ਦਾ ਨਾਂ ਹੈ ਅੱਜ ਦਾ ਦਿਨ। ਉਹਦੇ ਵਿੱਚੋਂ ਕਹਿੰਦੇ ਨੇ ਇਹ ਸਾਡੇ ਜੇ ਸਟੂਡੈਂਟਾਂ ਵਾਸਤੇ, ਠੀਕ ਹੈ, ਤੁਹਾਡੇ ਸਾਰਿਆਂ ਵਾਸਤੇ ਉਹਨਾਂ ਨੇ ਗੱਲ ਕੀਤੀ ਹੈ। ਜਿਹੜੇ ਕਹਿੰਦੇ ਨੇ ਚਲੋ ਅੱਜ ਹੋ ਗਿਆ 7 ਮਹੀਨੇ 5 ਮਹੀਨੇ 6 ਮਹੀਨੇ ਪੜ੍ਹ ਲਾਂਗੇ, ਕੋਈ ਨਹੀਂ, ਬੜਾ ਟਾਈਮ ਬੜਾ ਚਿਰ ਪਿਆ, ਅੱਜ ਦਾ ਦਿਨ ਮਿਸ ਹੋ ਗਿਆ, ਖੈਰ ਕੱਲ ਪੜ੍ਹ ਲਾਂਗੇ। ਤੇ ਮੁਨੀਰ ਨਿਆਜ਼ੀ ਤੁਹਾਨੂੰ ਕਹਿੰਦਾ ਹੈ ਕਿ ਅੱਜ ਦਾ ਦਿਨ ਵੀ ਐਵੇਂ ਹੀ ਲੰਘਿਆ, ਕੋਈ ਵੀ ਕੰਮ ਨਾ ਕੀਤਾ। ਅੱਜ ਦਾ ਦਿਨ ਵੀ ਐਵੇਂ ਹੀ ਲੰਘਿਆ, ਕੋਈ ਵੀ ਕੰਮ ਨਾ ਕੀਤਾ। ਨਾ ਮੈਂ ਮਿਲਿਆ ਖਲਕਤ ਨੂੰ, ਨਾ ਯਾਦ ਖੁਦਾ ਨੂੰ ਕੀਤਾ। ना मैं पढ़ी नमाज ते ना जाम शराब दा पीता। आज दा दिन भी एवें ही लग्या, कोई भी काम न कीता। ठीक है, इसको हम आलसी कहते हैं कि पूरा दिन हमने गुजार दिया है, सूरज जो है ना वो चढ़ा है, फिर वो उतर भी गया है। ठीक है, और ये मैंने आपको एक वो उर्दू में पढ़ाया भी था, पूरा बल्लू चढ़िया सूरज पीछा माण खलोता। ठीक है, पूरा मीन मशरिक से सूरज निकल रहा है और पीछा मीन के मगरिब की तरफ गरूब हो गया। ठीक है, तो ना मैं मिला खलकत नू, ना याद मन, मैं दुनिया में भी किसी को नहीं मिला, बाहर नहीं निकला, ना मैंने रब को याद किया है, ना मैंने नमाज पढ़ी है, ना मैंने शराब पी है, मैंने कुछ भी नहीं किया। मैंने पूरा दिन जो था वो आलसी में गुजार दिया। ठीक है, तो ये वो आप सब लोगों को जिंदगी गुजारने का मकसद सिखा रहा है कि आपकी जिंदगी का कोई ना कोई मकसद है। ये इस बात का कोई फायदा नहीं है कि हम ये कहते रहे आज नहीं हुआ चलो खैर है कल कर देंगे। अगर एक दिन आपसे नहीं हुआ, आज का काम अगर आपसे आज नहीं हुआ ना, यकीन माने वो आपसे कल भी नहीं होगा। ठीक है, वो आपसे होना ही नहीं है। जो काम आपने आज छोड़ दिया वो आपसे फिर कभी नहीं होगा। उसके बाद जो इनकी शायरी है उसके अंदर नरगसियत का पहलू भी पाया जाता है। ठीक है, नरगसियत के पहलू थले शेर लिखते हैं। अब मैंने यहाँ पे पूरा पूरा शेर नहीं लिखा, तो जब मैं बोल रही हूँ तो आप वो साथ साथ लिख लीजिएगा, ताकि इस तरह से आपकी थोड़ी पंजाबी में मिस्टेक्स वगैरह हैं तो वो भी आपकी ठीक हो जाए, आपकी प्रैक्टिस अच्छी हो जाए। ठीक है, इस वजह से मैंने यहाँ पे पूरे शेर जो है ना उनको नहीं लिखा। अब यहाँ पे नरगसियत के पहलू में वो कहता है, सोनी कुड़िए रंग दिए पुड़िए, सोनी कुड़िए रंगा दिए पुड़िए, मैं टुर जावांगा मुड़ के नहीं आवांगा। फिर पछतावेंगी रो के बुलावेंगी, हंस के बुलावेंगी फिर भी नहीं आवांगा। उच्चे आसमान दा तारा बन जावांगा, दूर दूर रवांगा ते तेनू तड़ पावांगा। ठीक है, इसमें नरगसियत का रंग जो है उसको बयान किया गया है। फिर उनकी शायरी के अंदर रोमानियत का रंग भी पाया जाता है। ठीक है, उन्होंने शायरी दे विच रोमानियत का रंग भी पाया जाता है। रोमानियत के रंग थले तुसी शेर लिखना है जी, अगर आपने ये नहीं लिखना, आपने कोई और लिखना है तो आप वो भी लिख सकते हैं, इशू नहीं है। ठीक है, आपको जो आता है आप वो शेर लिखें। इहदे थले तुसी शेर लिखोगे, उच्चियां मकाना दियां रंगलियां बारियां ने, उच्चियां मकाना दियां रंगलियां बारियां ने, रात दे शिकारियां ने जुल्फां खिलारियां ने, रहिंदा ए जमीन उत्ते चन्न नाल यारियां ने, दिल बेईमान दियां उच्चियां उडारियां ने। ठीक है, उस तो बाद आंदा है विछोड़े का एहसास। ठीक है, अब पीछे जो आपने पढ़ा उन सब में भी आपने यही बातें पढ़ी हैं, तो यहाँ पर भी देखिए सेम ही है जो आप पिछले शायर में पढ़ के आए हैं। विछोड़े के एहसास में कहता है, कुछ उंज भी रावां औखियां सन, कुछ गल विच गम दा तोक भी सी, कुछ शहर दे लोक भी जालिम सन, कुछ सानू मरन दा शौक भी सी। ठीक है, ਇਹਦੇ ਥਲੇ ਤੁਸੀਂ ਵਿਛੋੜੇ ਦੇ ਅਹਿਸਾਸ ਤੇ ਤੁਸੀਂ ਸ਼ੇਰ ਲਿਖਣਾ ਹੈ। ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਕੁਝ ਗਲ ਵਿੱਚ ਗਮ ਦਾ ਤੋਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ। ਠੀਕ ਹੈ, ਉਸ ਤੋਂ ਅੱਗੇ ਨੰਬਰ 6 ਹੈਡਿੰਗ ਤੁਸੀਂ ਬਣਾਓਗੇ ਕਿ ਮੁਨੀਰ ਨਿਆਜ਼ੀ ਦੀ ਸ਼ਾਇਰੀ ਦੇ ਅੰਦਰ ਲੋਕ ਗੀਤਾਂ ਦਾ ਰੰਗ ਵੀ ਮਿਲਦਾ ਹੈ। ਠੀਕ ਹੈ, ਲੋਕ ਗੀਤ ਵੀ ਮਿਲਦੇ ਨੇ, ਜਿਹੜੇ ਸੀ ਮੈਂ ਤੁਹਾਨੂੰ ਪਿੱਛੋਂ ਬੜੇ ਡਿਟੇਲ ਨਾਲ ਡਿਸਕਸ ਕਰ ਕੀਤੇ ਨੇ ਤੁਹਾਡੇ ਨਾਲ। ਮੇਰੇ ਖਿਆਲ ਨਹੀਂ ਹੈ ਕਿ ਇੱਥੇ ਦੁਬਾਰਾ ਡਿਸਕਸ ਕਰਨ ਦੀ ਜ਼ਰੂਰਤ ਹੈ। ਇਹਦੇ ਚੋਂ ਕਹਿੰਦਾ ਹੈ, ਦੋ ਪੱਤਰ ਅਨਾਰਾਂ ਦੇ, ਠੀਕ ਹੈ, ਦੋ ਪੱਤਰ ਅਨਾਰਾਂ ਦੇ, ਸਾਡੇ ਆਪਣੇ ਦੁੱਖ ਨਹੀਂ ਮੁੱਕਦੇ, ਦੁੱਖ ਕੀ ਵੰਡੀਏ ਯਾਰਾਂ ਦੇ। ਮੈਂ ਤੁਹਾਨੂੰ ਦੱਸਿਆ ਸੀ ਕਿ ਪਹਿਲੀ ਲਾਈਨ ਨੂੰ ਪੜ੍ਹ ਕੇ ਸਮਝ ਨਹੀਂ ਆਣੀ ਕਿ ਕਿਹੜੀ ਗੱਲ ਕੀਤੀ ਗਈ ਹੈ, ਕਿਉਂਕਿ ਉਹ ਗਾਣੇ ਹੁੰਦੇ ਨੇ ਜਿਹੜੇ ਅਸੀਂ ਆਪਣੇ ਕੋਲੋਂ ਬਣਾਉਂਦੇ ਆ। ਠੀਕ ਹੈ,
अगे अगले मिसरे नु पढ़ के तुहानू समझ आंदी है कि गल कीती केड़ी जा रही है, किस मौजू ते गल करन दी कोशिश कर रहे हैं, ठीक है। उस तो बाद तुसी नंबर 7 हेडिंग बनानी है कि मुनीर न्याज़ी दी शायरी दे विच ਜਿਹੜੀ ਉਹਨਾਂ ਦੀ ਕੁੱਲ ਕਲਾਮ ਕਿਤਾਬ ਹੈ ਉਹਦੇ ਵਿੱਚ ਤੁਹਾਨੂੰ ਸੁਫਿਆਨਾ ਰੰਗ ਵੀ ਮਿਲਦਾ ਹੈ, ਠੀਕ ਹੈ। ਸੁਫਿਆਨਾ ਰੰਗ ਵਿੱਚ ਤੁਸੀਂ ਲਿਖੋਗੇ ਆਪਣੇ ਹੀ ਡਰ ਤੋਂ ਜੁੜੇ ਹੋਏ ਨੇ, ਆਪਣੇ ਹੀ ਡਰ ਤੋਂ ਜੁੜੇ ਹੋਏ ਨੇ ਇੱਕ ਦੂਜੇ ਦੇ ਨਾਲ ਸ਼ਹਿਰ ਦੇ ਮਕਾਨ, ਠੀਕ ਹੈ। ਇਹਦੇ ਵਿੱਚ ਮੁਨੀਰ ਨਿਆਜ਼ੀ ਨੇ ਕੀ ਕੀਤਾ ਹੈ ਕਿ ਜਿਹੜੇ ਸ਼ਹਿਰੀ ਲੋਕਾਂ ਦੀ ਨਾ ਨਿਹਾਜ਼ ਜ਼ਿੰਦਗੀ ਸੀ ਨਾ ਉਹਨਾਂ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ ਹੈ ਕਿ ਸ਼ਹਿਰੀ ਲੋਕ ਜਿਹੜੇ ਉਂਝ ਤਾਂ ਬੜੇ ਬਣਦੇ ਨੇ ਕਿ ਅਸੀਂ ਸ਼ਹਿਰਾਂ 'ਚ ਰਹਿਣਾ, ਲੇਕਿਨ ਉਹ ਸਿਰਫ ਰਿਆਕਾਰੀ ਹੈ, ਦਿਖਾਵਾ ਹੈ ਔਰ ਕੁਝ ਵੀ ਨਹੀਂ, ठीक है। ਜਦੋਂ ਅਸੀਂ ਉਹਨਾਂ ਦੇ ਕੋਲ ਜਾਂਦੇ ਹਾਂ ਸਾਨੂੰ पता लगता है कि ये चीज है, ठीक है। सिर्फ मतलब अगर आप उनको दूर से देख रहे हैं ना तो वो आपको नजर आ रही है भाई बड़ी चीज है, ये तो बड़े खुश हैं, इनमें तो ये है ये है। तो मुनीर न्याजी ने क्या किया, मुनीर न्याजी ने आप वो चीज दिखाने की कोशिश की है कि ये नाम की जिंदगी गुजार रहे हैं, ठीक है। तो उन्होंने उनके ऊपर क्रिटिसाइज किया है कि ये लोगों के सामने रियाकारी और दिखावा करते हैं, इनके पास वैसे कुछ नहीं है, ठीक है। ये तो एक दूसरे से डरते हैं। अब गांव में आप देखिए, गांव में क्या होता है, दीवारें नहीं होती, ठीक है, लोगों की एक जगह पे सब रह रहे हैं, किसी को किसी चीज का डर नहीं होता था। पुराने दौर की बात करें, अभी आजकल तो गांव में भी यही सिस्टम चला हुआ है। तो उधर क्या होता था, गांव के अंदर सारे लोग एक ही जगह पे रह रहे होते थे, किसी को कोई डर नहीं है, ना कोई चोरी का डर है, ना किसी को किसी के मतलब कोई हमारे घर में आ जाएगा या कुछ हो जाएगा, नहीं। उन सबको पता होता था कि हमने एक दूसरे की हिफाजत करनी है, हमने एक दूसरे का ख्याल रखना है। अब क्या है, अगर आप शहरी जिंदगी में देखें, ठीक है, इधर सिटीज में आ जाएं, यहाँ पर आप देखें बड़ी बड़ी बिल्डिंग्स बना ली, एक दूसरे के साथ साथ घर जुड़े हुए हैं और एक दूसरे से ही डरते हैं, ठीक है। फॉर एग्जाम्पल मेरा है, मेरे घर के साथ अगर दो घर है या मेरे घर के ऊपर जो घर है, ठीक है, तो अब मुझे उनसे भी डर लगेगा। मैं कहूंगी भाई मैंने अकेले नहीं बैठना या मैंने बाहर कहीं ऐसे नहीं जाना, ये ना हो कि वो मेरे घर में आ जाए। तो मुनीर नजी आपको यही चीज सिखाने की कोशिश करें कि जब ये लोग बाहर निकलते हैं तो ये बड़ा दिखावा करते हैं कि हम ऐसे हैं और ऐसे हैं, और इनके अंदर जाके देखो कि ये कितने खौफजदा रहते हैं, ये तो अपने साथ वाले घर से भी डर रहे हैं, ठीक है। तो यहाँ पर इसने ये चीज आपको बताने की कोशिश किया। उसके बाद आपने इसका फनी जायजा कर देना है, ठीक है। फनी जायजा मीन कि आपने इसका क्रिटिकल एनालिसिस करना है। क्रिटिकल एनालिसिस के अंदर आप सिंपल चीजें लिखेंगे। आप एक लिखते हैं पंजाबी तशबीहां ते इस्तारियां दा वर्ताओ, सादा जुबान दा वर्ताओ। पंजाबी तशबीहां ते इस्तारियां दे वर्ताओ दे थल्ले एक शेर लिख लेना ਇਹਦਾ। मुनीर नाजी कहते हैं कि मुखड़ा फुल गुलाब दा चानण वर्गी अख, मुखड़ा फुल गुलाब दा ते चानण वर्गी अख, ਬੱਦਲ ਚੇਤ ਵਿਸਾਖ ਦਾ ਇਸ ਕੁੜੀ ਦਾ ਲੱਕ, ठीक है। ਇਹਦੇ ਅੰਦਰ ਉਸ ਕੀ ਕੀਤਾ ਹੈ कि ਉਹਨੇ तशबीह दे, ਉਹਨੇ किया कि मुखड़ा फुल गुलाब दा, ਉਹਨੇ किया कि मुखड़े को उसने तशबीह दी है गुलाब के साथ, ठीक है। फिर उसने कहा ते चानण वर्गी अख, ठीक है, ते रोशनी ਨੂੰ मतलब ਅੱਖ ਨੂੰ ਉਹਨੇ ਚਾਂਦਨੀ ਦੇ ਨਾਲ ਤਸ਼ਬੀਹ ਦੇ ਦਿੱਤੀ, ठीक है, ਚਾਨਣ ਦੇ ਨਾਲ। फिर कहना है कि बदल चेत विसाख दा, ठीक है, इस कुड़ी दा लक। फिर कहना है कि इस कुड़ी का जो लक है वो बादल की तरह है, जैसे चेत विसाख का के क्लाउड्स होते हैं ना, उसकी तरह जो है वो इस कुड़ी का लक है। तो इसमें आप तशबीह जब देंगे तो आप इसको नीचे एज ए एग्जाम्पल कोट भी कर सकते हैं और नीचे फिर आप लिखेंगे कि उसने मुखड़े को तशबीह दी है गुलाब के साथ, आंख को तशबीह दी है चांद के साथ, और लक को तशबीह दी है जो बादल के साथ, ठीक है। उसके बाद आप लिखे सादा पंजाबी जुबान दा वर्ताओ, सादा पंजाबी जुबान दे वर्ताओ थले शेर लिख देना। ऊपर कहर खुदा मेरे दा हेठा लख बलावा, ऊपर कहर खुदा मेरे दा हेठा लख बलावा, सब रावां ते मौत खलोती केड़े पासे जावां, ठीक है। ਇਹ ਤਰ੍ਹਾਂ ਤੁਸੀਂ ਲਿਖ ਦੇਣਾ। ਉਸ ਤੋਂ ਬਾਅਦ ਤੁਸੀਂ ਇਹਦੇ ਕ੍ਰਿਟੀਕਲ ਐਨਾਲਿਸਿਸ ਲਿਖ ਸਕਦੇ ਹੋ। ਨਜ਼ਮਾਂ ਵਿੱਚ ਗਜ਼ਲਾਂ ਦੀ ਹਵਾੜ, ਬਾਕੀ ਜਿਹੜੇ ਤੁਸੀਂ ਪਿੱਛਾ ਪੜ੍ਹ ਕੇ ਆਏ ਹੋ ਸਾਰੇ ਸੇਮ ਹੀ ਨੇ, ठीक है। मतलब कि ਉਹਨੇ ਵੀ ਅਗਰ ਇੱਕ ਮੌਜੂ ਚ ਆਇਆ ਹੈ ਤਾਂ ਉਸ ਮੌਜੂ ਤੇ ਕੰਪਲੀਟ ਗੱਲ ਕੀਤੀ ਹੈ, ठीक है। ਕੋਈ ਵੀ ਐਸਾ ਉਹਨਾਂ ਅਨਕੰਪਲੀਟ ਗੱਲ ਤੁਹਾਡੇ ਵਾਸਤੇ ਨਹੀਂ ਛੋੜੀ। ਉਸ ਤੋਂ ਬਾਅਦ ਜਿਹੜਾ ਤੁਸੀਂ ਪੜ੍ਹਿਆ ਸੀ ਇਮਾਇਤ ਦਾ ਸ਼ਾਇਰ, ਉਹਦੇ ਵਿੱਚ ਤੁਸੀਂ ਇਹ ਵਾਲੀ ਇੱਕ ਲਫ਼ਜ਼ ਕੱਢ ਸਕਦੇ ਹੋ ਕਿ ਡੂੰਘਿਆਂ ਲਫ਼ਜ਼ਾਂ ਦਾ ਜਾਂ ਡੂੰਘੇ ਮੈਨੀ ਵਾਲੇ ਲਫ਼ਜ਼ਾਂ ਦਾ ਵਰਤਾਓ, ਠੀਕ ਹੈ। ਇਹ ਤੁਸੀਂ ਕ੍ਰਿਟੀਕਲ ਐਨਾਲਿਸਿਸ ਲਿਖ ਸਕਦੇ ਹੋ। ਇਹ ਤਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਨਾ ਕਿ ਤੁਸੀਂ ਕਿਵੇਂ ਸੋਚਦੇ ਹੋ, ਤੁਹਾਡੀ ਸੋਚ ਕੀ ਹੈ। ਬਾਕੀ ਇੱਕ ਚੀਜ਼ ਅੱਜ ਹੋਰ ਤੁਹਾਨੂੰ ਕਹਾਂਗੀ ਕਿ ਸਾਰੇ ਇੱਕ ਇੱਕ ਕੁਐਸਚਨ ਅਟੈਂਪਟ ਕਰਕੇ ਚੈੱਕ ਕਰਵਾ ਲਓ, ਠੀਕ ਹੈ। ਅਗਰ ਤੁਸੀਂ ਸ਼ਾਇਰੀ ਦਾ ਨਹੀਂ ਕਰਾਉਣਾ ਕਿਉਂਕਿ ਸ਼ਾਇਰੀ ਤਾਂ ਤੁਹਾਨੂੰ ਐਜ਼ ਇਟ ਇਜ਼ ਮਿਲ ਗਈ ਹੈ, ਠੀਕ ਹੈ, ਫਿਕਰੀ ਜਾਇਜ਼ਾ। ਤਾਂ ਫਨੀ ਜਾਇਜ਼ੇ ਦਾ ਮਸਟ ਇੱਕ ਹੀ ਕੁਐਸਚਨ ਅਗਰ ਤੁਹਾਡੇ ਚੋਂ ਕਿਸੇ ਕੀਤਾ ਹੈ ਜਿਹੜਾ ਮੇਰੇ ਨਾਲ ਟੱਚ ਨਹੀਂ ਹੈ WhatsApp ਤੇ, ਉਹ ਮੈਨੂੰ ਕਮੈਂਟ ਵਿੱਚ ਦੱਸ ਦੇਵੇ ਕਿ ਮੈਂ ਕੁਐਸਚਨ ਅਟੈਂਪਟ ਕੀਤਾ ਹੈ ਤੇ ਮੈਂ ਤੁਹਾਨੂੰ ਚੈੱਕ ਕਰਾਉਣਾ ਚਾਹੁੰਦਾ, ਠੀਕ ਹੈ। ਬਾਕੀ ਕੁਝ ਮੇਰੇ ਬੱਚੇ ਜਿਹੜੇ WhatsApp ਤੇ ਮੇਰੇ ਨਾਲ ਕੰਟੈਕਟ ਚ ਕਾਫੀ ਬੱਚੇ ਮੈਨੂੰ ਚੈੱਕ ਵੀ ਕਰਵਾਇਆ ਹੈ, ਉਹਨਾਂ ਨੂੰ ਮੈਂ ਦੱਸਿਆ ਹੈ ਕਿ ਉਹਨਾਂ ਨੇ ਕਿਸ ਜਗ੍ਹਾ ਤੇ ਕੰਮ ਕਰਨਾ ਹੈ, ਕਿੱਥੇ ਨਹੀਂ ਕਰਨਾ। ਬਾਕੀ ਤੁਹਾਡੇ ਚ ਜਿਹੜਾ ਬੱਚਾ ਮੇਰੇ ਨਾਲ ਕੰਟੈਕਟ ਚ ਨਹੀਂ ਹੈ
ਤੇ ਉਹ ਚਾਹੁੰਦਾ ਹੈ ਕਿ ਅਗਰ ਉਹਨਾਂ ਦੀ ਨਾਲ-ਨਾਲ ਇਵੈਲੂਏਸ਼ਨ ਹੁੰਦੀ ਰਹੇ, ਠੀਕ ਹੈ? ਕੋਈ ਚਾਰजेस ਨਹੀਂ ਹੈ, ਫ੍ਰੀ ਆਫ ਕੋਸਟ ਹੈ, ਤੁਹਾਨੂੰ ਇਸ ਚੀਜ਼ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਫਨੀ ਜਾਇਜ਼ੇ ਦੇ ਉੱਤੇ ਲਿਖੋ, ਠੀਕ ਹੈ? ਇਸੇ ਮੁਨੀਰ ਨਿਆਜ਼ੀ ਦਾ ਫਨੀ ਜਾਇਜ਼ਾ ਲਿਖ ਕੇ ਉਸਨੂੰ ਨਾ ਮੇਰੇ ਕੋਲ ਇਵੈਲੂਏਸ਼ਨ करवा लो, ठीक है? बाकी फिलहाल आज वास्ते इतना ही है। अपना ख्याल रखिए, दुआएं याद रखिएगा। अल्लाह हाफिज।